ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਦੋਧੀ ਜਿਹੜਾ ਕਿ ਘਰ ਘਰ ਜਾ ਕੇ ਦੁੱਧ ਵੇਚਦਾ ਸੀ। ਇੱਕ ਦਿਨ ਉਹ ਅਜਿਹੀ ਕੰਪਨੀ ਦੀ ਸ਼ੁਰੂਆਤ ਕਰਦਾ ਕਿ ਜਿਹੜੀ ਤਕਰੀਬਨ 5.5 ਕਰੋੜ ਲੋਕਾਂ ਦੇ ਨਾਲ 50,000 ਕਰੋੜ ਰੁਪਏ ਦਾ ਘਪਲਾ ਕਰ ਜਾਂਦੀ ਆ। ਜਿੰਨੇ ਵੀ ਲੋਕ ਇਸ ਕੰਪਨੀ ਦੇ ਵਿੱਚ ਪੈਸਾ ਲਾਉਂਦੇ ਸੀ, ਇਹ ਬੰਦਾ ਜਾਂ ਤਾਂ ਉਹਨਾਂ ਨੂੰ 12% ਰਿਟਰਨ ਦਾ ਵਾਅਦਾ ਕਰਦਾ ਸੀ ਜਾਂ ਫਿਰ 6 ਸਾਲਾਂ ਦੇ ਵਿੱਚ ਜਿੰਨੇ ਪੈਸੇ ਲਾਏ ਹੋਏ ਸੀ ਉਦੋਂ ਡਬਲ ਪੈਸੇ ਦੇਣ ਦਾ ਵਾਅਦਾ ਕਰਦਾ ਸੀ। ਤੇ ਇਸੇ ਹੀ ਗੱਲ ਦੇ ਕਰਕੇ ਪੰਜਾਬ ਦਾ ਹਰ ਦੂਜਾ ਘਰ ਇਸ ਕੰਪਨੀ ਦੇ ਵਿੱਚ ਪੈਸੇ ਲਾਉਣੇ ਸ਼ੁਰੂ ਕਰ ਦਿੰਦਾ। ਲੋਕ ਨਾ ਸਿਰਫ ਇਸ ਕੰਪਨੀ ਦੇ ਵਿੱਚ ਆਪਦੀ ਸੇਵਿੰਗ ਲਾਉਂਦੇ ਆ, ਇਹਦੇ ਤੋਂ ਇਲਾਵਾ ਉਹ ਆਪਦੇ ਭੈਣ ਭਰਾਵਾਂ ਦੀ, ਯਾਰਾਂ ਦੋਸਤਾਂ ਦੀ ਤੇ ਰਿਸ਼ਤੇਦਾਰਾਂ ਦੀ ਵੀ ਜਿੰਨੀ ਸੇਵਿੰਗ ਹੁੰਦੀ ਆ ਉਹਨੂੰ ਵੀ ਇਸ ਕੰਪਨੀ ਦੇ ਵਿੱਚ ਲਵਾ ਦਿੰਦੇ ਆ। ਸ਼ੁਰੂਆਤੀ ਸਾਲਾਂ ਦੇ ਵਿੱਚ ਤਾਂ ਲੋਕਾਂ ਨੂੰ ਇਸ ਕੰਪਨੀ ਤੋਂ ਬਹੁਤ ਵਧੀਆ ਰਿਟਰਨ ਮਿਲਦਾ, ਪਰ ਇਸ ਦੋਧੀ ਦੇ ਦਿਮਾਗ ਦੇ ਵਿੱਚ ਚੱਲ ਰਹੀ ਸਿਆਸਤ ਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ। ਇਹ ਤਾਂ ਭੋਲੇ ਭਾਲੇ ਲੋਕ ਇਸ ਬੰਦੇ ਦੀ ਕੰਪਨੀ ਦੇ ਵਿੱਚ ਪੈਸਾ ਲਾ ਲਾ ਕੇ ਇਹਨੂੰ ਤਕਰੀਬਨ 45,000 ਕਰੋੜ ਰੁਪਏ ਦਾ ਮਾਲਕ ਬਣਾ ਦਿੰਦੇ ਆ, ਜਿਹਦੇ ਕਰਕੇ ਇਹ ਇੰਡੀਆ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਚੰਡੀਗੜ੍ਹ, ਬੰਗਲੌਰ, ਦਿੱਲੀ, ਮੁੰਬਈ ਦੇ ਵਿੱਚ ਇਹ ਆਪਦੀਆਂ ਪ੍ਰਾਪਰਟੀਆਂ ਬਣਾ ਲੈਂਦਾ। ਇਹਦੇ ਤੋਂ ਇਲਾਵਾ ਇਹ ਆਸਟ੍ਰੇਲੀਆ ਵਰਗੇ ਵਧੀਆ ਦੇਸ਼ਾਂ ਦੇ ਵਿੱਚ ਵੀ ਜਾ ਕੇ ਇਹ ਆਪਦੀਆਂ ਪ੍ਰਾਪਰਟੀਆਂ ਲੈ ਲੈਂਦਾ। ਤੇ ਉਹ ਲੋਕ ਜਿਹੜੇ ਇਹਨੂੰ ਪੈਸਾ ਦੇ ਕੇ ਇੰਨਾ ਅਮੀਰ ਕਰਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ CBI ਨੇ ਇਸ ਬੰਦੇ ਨੂੰ ਅਰੈਸਟ ਕਰ ਲਿਆ ਤੇ ਇਹ ਕੰਪਨੀ ਇੱਕ ਬਹੁਤ ਵੱਡੀ ਫਰਾਡ ਆ, ਤਾਂ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਕਈ ਲੋਕ ਅਜਿਹੇ ਸੀ ਜਿਹੜੇ ਕਿ ਇਸ ਕੰਪਨੀ ਦੇ ਘਪਲੇ ਦੇ ਹੇਠ ਆ ਗਏ ਸੀਗੇ। ਆਪਾਂ ਗੱਲ ਕਰ ਰਹੇ ਹਾਂ ਪਰਲ ਕੰਪਨੀ ਦੇ ਬਾਰੇ ਤੇ ਇਸ ਕੰਪਨੀ ਦੇ ਓਨਰ ਨਿਰਮਲ ਸਿੰਘ ਭੰਗੂ ਦੇ ਬਾਰੇ, ਜਿਹਨੇ ਕਿ ਇੰਡੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਵੈਸਟਮੈਂਟ ਫਰਾਡ ਕੀਤਾ, ਜਿਹਦੇ ਸਾਹਮਣੇ ਕਿ ਵਿਜੇ ਮਾਲੀਆ ਜਾਂ ਨੀਰਵ ਮੋਦੀ ਵਰਗੇ ਫਰਾਡ ਤਾਂ ਕੁਝ ਵੀ ਨਹੀਂ ਗਏ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਪਰਲ ਕੰਪਨੀ ਦੇ ਸਕੈਮ ਦੇ ਬਾਰੇ ਤੇ ਇਸ ਕੰਪਨੀ ਦੇ ਓਨਰ ਦੇ ਬਾਰੇ ਤੇ ਇਹਦੇ ਤੋਂ ਇਲਾਵਾ ਜਿੰਨੇ ਲੋਕਾਂ ਨੇ ਇਸ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ, ਕੀ ਉਹਨਾਂ ਦਾ ਹੁਣ ਪੈਸਾ ਮੁੜ ਸਕਦਾ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਕੋਈ ਤਾਂ ਮੰਗ ਕੇ ਗੁਜ਼ਾਰਾ ਕਰਦਾ ਸੀਗਾ, ਕੋਈ ਫੇਰੀ ਲਾ ਕੇ ਗੁਜ਼ਾਰਾ ਕਰਦਾ ਸੀ। ਜਦੋਂ ਕੰਪਨੀ ਭੱਜ ਗਈ ਉਦੋਂ ਬਾਅਦ ਦੇ ਵਿੱਚ ਅਸੀਂ ਜਾਣੀ ਕਿ ਕਾਂਗਰਸ ਪਾਰਟੀ ਤੱਕ ਵੀ ਬਹੁਤ ਗੱਲਾਂ ਕਰੀਆਂ ਨੇ ਜੀ, ਕੋਈ ਨਾ ਕੋਈ ਸਾਡਾ ਗਰੀਬਾਂ ਦਾ ਕੋਈ ਮਸਲਾ ਹੱਲ ਕਰੋ। ਕਾਂਗਰਸ ਨੇ ਨਹੀਂ ਸਾਡੀ ਸੁਣੀ। ਫਿਰ ਅਕਾਲੀਆਂ ਤੱਕ ਵੀ ਅਸੀਂ ਇਹ ਗੱਲਾਂ ਕਰੀਆਂ ਨੇ, ਕਿਉਂਕਿ ਉਹਨਾਂ ਉਸ ਟਾਈਮ ਦੇ ਵਿੱਚ ਉਹਨਾਂ ਦੀ ਪਾਵਰ ਸੀ। ਭਗਵੰਤ ਮਾਨ ਤੇ ਯਕੀਨ ਰੱਖਿਓ, ਤੁਹਾਡੇ ਪੈਸੇ ਮੈਂ ਟੁਕੜੇ ਟੁਕੜੇ ਕਰਾਂਗਾ। ਮੇਰੇ ਕਿ ਪਰਲ ਗ੍ਰੀਨ ਵਾਲੇ ਨੇ ਪਬਲਿਕ ਦਾ ਪੈਸਾ, ਆਮ ਲੋਕਾਂ ਦਾ ਪੈਸਾ ਖਾਧਾ ਨੂੰ ਸੁਕੜ ਕਰਨਾ ਜੀ। ਸੋ ਆਪਣੀ ਜਿਹੜੀ ਇਹ ਕਹਾਣੀ ਸ਼ੁਰੂ ਹੁੰਦੀ ਆ 90 ਦੇ ਦਹਾਕੇ ਦੇ ਵਿੱਚ, ਜਦੋਂ ਨਿਰਮਲ ਸਿੰਘ ਭੰਗੂ ਦੁੱਧ ਵੇਚਣ ਦਾ ਕੰਮ ਛੱਡ ਕੇ ਕਲਕੱਤਾ ਦੇ ਵਿੱਚ ਚਲਾ ਜਾਂਦਾ ਤੇ ਇੱਕ ਕੰਪਨੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤੇ ਇਹ ਕੰਪਨੀ ਥੋੜੇ ਹੀ ਸਮੇਂ ਦੇ ਬਾਅਦ ਇੱਕ ਫਰਾਡ ਦੇ ਵਿੱਚ ਫੜੀ ਜਾਂਦੀ ਆ ਤੇ ਜਿਹਦੇ ਕਾਰਨ ਇਹ ਕੰਪਨੀ ਬੰਦ ਹੋ ਜਾਂਦੀ ਹੈ। ਤੇ ਉਦੋਂ ਬਾਅਦ ਇਹ ਨਿਰਮਲ ਸਿੰਘ ਭੰਗੂ ਹਰਿਆਣੇ ਦੇ ਵਿੱਚ ਆ ਕੇ ਇੱਕ ਗੋਲਡਨ ਫੋਰੈਸਟ ਲਿਮਟਿਡ ਕੰਪਨੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤੇ ਇਹ ਜਿਹੜੀ ਕੰਪਨੀ ਸੀ ਇਹ ਵੀ ਇੱਕ ਤਰੀਕੇ ਦੀ ਫਰਾਡ ਕੰਪਨੀ ਸੀਗੀ ਤੇ ਇਸ ਕੰਪਨੀ ਨੇ ਹੀ ਭੰਗੂ ਨੂੰ ਜਾਲ ਸਾਜੀ ਦੇ ਵਿੱਚ ਇੱਕ ਮਾਸਟਰੀ ਕਰਾਤੀ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨਾਲ ਫਰਾਡ ਕੀਤਾ ਜਾ ਸਕਦਾ। ਤੇ ਉਦੋਂ ਬਾਅਦ ਇਹ ਸਾਲ 1996 ਦੇ ਵਿੱਚ ਇੱਕ PACL ਨਾਂ ਦੀ ਕੰਪਨੀ ਦੀ ਸ਼ੁਰੂਆਤ ਕਰਦਾ, ਜਿਹਦਾ ਕਿ ਪੂਰਾ ਨਾਮ ਪਰਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਆ। ਤੇ ਇਹ ਜਿਹੜੀ ਕੰਪਨੀ ਹੁੰਦੀ ਹੈ ਇੱਕ ਅਜਿਹੀ ਕੰਪਨੀ ਸੀ ਜਿਹੜੀ ਕਿ ਲੋਕਾਂ ਕੋਲ ਜਾਂਦੀ ਸੀ, ਉਹਨਾਂ ਨੂੰ ਇਸ ਗੱਲ ਦੇ ਲਈ ਇਨਫਲੂਐਂਸ ਕਰਦੀ ਸੀ ਕਿ ਉਹ ਇਸ ਕੰਪਨੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਲਾਉਣਾ, ਕਿਉਂਕਿ ਜਿਹੜਾ ਲੋਕਾਂ ਨੂੰ ਵਿਆਜ ਮਿਲ ਰਿਹਾ ਉਹਦੇ ਤੋਂ ਡਬਲ ਵਿਆਜ ਜਾਂ ਤਾਂ ਇਹ ਕੰਪਨੀ ਉਹਨਾਂ ਨੂੰ ਆਫਰ ਕਰਦੀ ਸੀ। ਇਹਦੇ ਤੋਂ ਇਲਾਵਾ ਇਹ ਕੰਪਨੀ ਦੇ ਜਿੰਨੇ ਵੀ ਏਜੰਟ ਸੀ ਉਹ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਕਿ ਜੇਕਰ ਉਹਨਾਂ ਨੇ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਜਾਂ ਤਾਂ ਉਹ ਪੈਸਾ 12% ਰਿਟਰਨ ਦੇ ਨਾਲ ਉਹ ਵਾਪਸ ਲੈ ਸਕਦੇ ਆ, ਜਾਂ ਇਹਦੇ ਤੋਂ ਇਲਾਵਾ 6 ਸਾਲਾਂ ਦੇ ਵਿੱਚ ਇਹ ਕੰਪਨੀ ਉਹਨਾਂ ਨੂੰ ਉਹਨਾਂ ਦੇ ਪੈਸੇ ਡਬਲ ਕਰ ਦੂਗੀ। ਤੇ ਜੇਕਰ ਇਸ ਕੰਪਨੀ ਦੇ ਵਿੱਚ ਇਹਨਾਂ ਲੋਕਾਂ ਨੇ 10 ਸਾਲਾਂ ਦੇ ਲਈ ਇਹ ਸਾਰੇ ਪੈਸੇ ਲਾਏ ਤਾਂ 10 ਸਾਲਾਂ ਦੇ ਵਿੱਚ 4 ਗੁਣਾ ਰਿਟਰਨ ਦੇਣ ਦਾ ਵਾਅਦਾ ਕਰਦੀ ਆ ਇਹ ਕੰਪਨੀ। ਤੇ ਇਸੇ ਹੀ ਗੱਲ ਦੇ ਕਰਕੇ ਲੋਕ ਇਸ ਕੰਪਨੀ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਪੈਸੇ ਲਾਉਣੇ ਸ਼ੁਰੂ ਕਰ ਦਿੰਦੇ ਆ। ਤੇ ਜਿਹੜਾ ਇਹ ਕੰਪਨੀ ਲੋਕਾਂ ਨੂੰ ਇਹ ਰਿਟਰਨ ਦੇਣ ਦਾ ਵਾਅਦਾ ਕਰਦੀ ਸੀ ਤਾਂ ਉਹਦੇ ਬਾਰੇ ਇਹ ਦੱਸਦੇ ਸੀ ਕਿ ਇਹ ਕੰਪਨੀ ਦੇ ਵਿੱਚ ਜਦੋਂ ਲੋਕ ਪੈਸੇ ਲਾਉਂਦੇ ਆ ਤਾਂ ਉਹਨਾਂ ਪੈਸਿਆਂ ਦੀ ਇਹ ਕੰਪਨੀ ਕਿਤੇ ਨਾ ਕਿਤੇ ਜ਼ਮੀਨ ਖਰੀਦਦੀ ਆ, ਯਾਨੀ ਕਿ ਇੱਕ ਅੰਡਰ ਡਿਵੈਲਪਮੈਂਟ ਵਾਲੀ ਜ਼ਮੀਨ ਖਰੀਦ ਕੇ ਉਹਦੀ ਡਿਵੈਲਪਮੈਂਟ ਕਰਕੇ ਇਹ ਕੰਪਨੀ ਉਹਦੇ ਉੱਪਰ ਵਧੀਆ ਹਸਪੀਟਲ, ਸਕੂਲ ਬਣਾ ਕੇ ਪ੍ਰੋਪਰ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਦੀ ਆ। ਤੇ ਉਦੋਂ ਬਾਅਦ ਮਹਿੰਗੇ ਮੁੱਲ ਦੇ ਵਿੱਚ ਇਸ ਜ਼ਮੀਨ ਨੂੰ ਵੇਚ ਕੇ ਜਿਹੜੇ ਇਨਵੈਸਟਰਾਂ ਨੇ ਇਸ ਕੰਪਨੀ ਦੇ ਵਿੱਚ ਪੈਸਾ ਲਾਇਆ ਹੁੰਦਾ ਉਹਨਾਂ ਨੂੰ ਵਧੀਆ ਰਿਟਰਨ ਦਿੰਦੀ ਆ। ਤੇ ਲੋਕਾਂ ਨੂੰ ਇਹ ਸਕੀਮ ਬਹੁਤ ਵਧੀਆ ਲੱਗਦੀ ਆ, ਕਿਉਂਕਿ ਕਿਸੇ ਬੰਦੇ ਕੋਲ ਕੋਈ 20,000 ਰੁਪਏ ਦੀ ਸੇਵਿੰਗ ਸੀ ਜਾਂ ਕਿਸੇ ਕੋਲ 50,000 ਦੀ ਸੇਵਿੰਗ ਸੀ, ਉਹ ਕੋਈ ਵੀ ਲੈਂਡ ਨਹੀਂ ਖਰੀਦ ਸਕਦੇ ਸੀ। ਤੇ ਜਦੋਂ ਉਹ ਇਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਦੇ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਇਹ ਕੰਪਨੀ
ਇੱਕ ਵੱਡੀ ਕਲੋਨੀ ਲੈ ਕੇ ਜਾਂ ਜ਼ਿਆਦਾ ਜ਼ਮੀਨ ਲੈ ਕੇ ਉਹਦੇ ਉੱਪਰ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਵਧੀਆ ਰਿਟਰਨ ਦੇਊਗੀ। ਤੇ ਇਹਦੇ ਤੋਂ ਇਲਾਵਾ ਇਹ ਕੰਪਨੀ ਇੱਕ ਇਹਨਾਂ ਨੂੰ ਆਪਦੀ ਸਲਿੱਪ ਵੀ ਦਿੰਦੀ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਉਸ ਸਲਿੱਪ ਨੂੰ ਦਿਖਾ ਕੇ ਇਹ ਕੰਪਨੀ ਤੋਂ ਜਦੋਂ ਵੀ ਚਾਵੇ ਉਹ ਇਨਵੈਸਟਰ ਆਪਦੇ ਪੈਸੇ ਵਾਪਸ ਲੈ ਸਕਦਾ। ਤੇ ਜਾਂ ਫਿਰ ਇਹ ਕੰਪਨੀ ਲੋਕਾਂ ਨੂੰ ਇਹ ਵੀ ਆਫਰ ਦਿੰਦੀ ਸੀ ਕਿ ਜੇਕਰ ਉਹਨਾਂ ਨੇ ਪੈਸੇ ਨਹੀਂ ਵਾਪਸ ਲੈਣੇ ਤਾਂ ਜਿਹੜੀ ਜ਼ਮੀਨ ਉਹਨਾਂ ਦੇ ਪੈਸਿਆਂ ਦੇ ਨਾਲ ਇਹ ਕੰਪਨੀ ਖਰੀਦੂਗੀ ਤਾਂ ਉਸ ਜ਼ਮੀਨ ਦੇ ਵਿੱਚ ਉਹਨਾਂ ਲੋਕਾਂ ਦਾ ਹਿੱਸਾ ਹੋਊਗਾ ਜਿਨ੍ਹਾਂ ਦੇ ਇਹ ਪੈਸੇ ਲੱਗੇ ਸੀ। ਤਾਂ ਕਰਕੇ ਲੋਕ ਇਸ ਕੰਪਨੀ ਦੇ ਉੱਪਰ ਕਾਫੀ ਯਕੀਨ ਕਰ ਲੈਂਦੇ ਆ ਤੇ ਸ਼ੁਰੂਆਤੀ ਸਾਲਾਂ ਦੇ ਵਿੱਚ ਇਹ ਕੰਪਨੀ ਜਿੰਨੇ ਵੀ ਇਸ ਕੰਪਨੀ ਦੇ ਵਿੱਚ ਇਨਵੈਸਟਰ ਹੁੰਦੇ ਆ ਨਾ ਉਹਨਾਂ ਨੂੰ ਬਹੁਤ ਵਧੀਆ ਪ੍ਰੋਫਿਟ ਦਿੰਦੀ ਆ, ਬਹੁਤ ਵਧੀਆ ਪੈਸਾ ਬਣਦਾ ਲੋਕਾਂ ਨੂੰ, ਜਿਹਦੇ ਕਰਕੇ ਲੋਕ ਉਹਨਾਂ ਦੀ ਖੁਦ ਤੋਂ ਐਡਵਰਟਾਈਜ਼ਮੈਂਟ ਕਰਨੀ ਸ਼ੁਰੂ ਕਰ ਦਿੰਦੇ ਆ। ਯਾਨੀ ਕਿ ਲੋਕ ਖੁਦ ਜਾ ਕੇ ਆਪਦੇ ਯਾਰਾਂ ਦੋਸਤਾਂ ਨੂੰ ਦੱਸਦੇ ਆ ਕਿ ਇੱਕ ਇਸ ਤਰੀਕੇ ਦੀ ਕੰਪਨੀ ਆ ਜਿਹੜੀ ਕਿ ਲੋਕਾਂ ਨੂੰ ਇੱਕ ਹਾਈ ਰਿਟਰਨ ਦੇ ਰਹੀ ਆ ਤੇ ਇਸ ਕੰਪਨੀ ਦੇ ਵਿੱਚ ਪੈਸਾ ਲਾਉਣਾ ਚਾਹੀਦਾ, ਜਿਹਦੇ ਕਰਕੇ ਉਸ ਸਮੇਂ LIC ਜਾਂ ਹੋਰ ਅਜਿਹੀਆਂ ਸਰਕਾਰੀ ਕੰਪਨੀਆਂ ਦੇ ਵਿੱਚੋਂ ਪੈਸਾ ਲਾਉਣਾ ਛੱਡ ਕੇ ਲੋਕ ਇਹ ਪਰਲਸ ਕੰਪਨੀ ਦੇ ਵਿੱਚ ਪੈਸਾ ਲਾਉਣਾ ਸ਼ੁਰੂ ਕਰ ਦਿੰਦੇ ਆ। ਤੇ ਦੇਖਦੇ ਹੀ ਦੇਖਦੇ ਇਸ ਕੰਪਨੀ ਦੇ ਕਈ ਬੰਦੇ ਅਜਿਹੇ ਏਜੰਟ ਬਣ ਗਏ ਸੀ ਜਿਹੜੇ ਕਿ ਲੋਕ ਇਕੱਠੇ ਕਰਕੇ ਲੈ ਕੇ ਆਉਂਦੇ ਸੀ ਇਸ ਕੰਪਨੀ ਦੇ ਵਿੱਚ ਪੈਸਾ ਲਵਾਉਣ ਦੇ ਲਈ ਤੇ ਉਹਨਾਂ ਏਜੰਟਸ ਨੂੰ ਤਕਰੀਬਨ 20% ਤੱਕ ਦਾ ਰਿਟਰਨ ਦਿੱਤਾ ਜਾਂਦਾ ਸੀ ਇਸ ਕੰਪਨੀ ਦੇ ਦੁਆਰਾ। ਤੇ ਇਹ ਕੰਪਨੀ ਇੱਕ ਪਿਰਾਮਿਡ ਸਕੀਮ ਦੇ ਵਾਂਗੂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਯਾਨੀ ਕਿ ਇੱਕ ਬੰਦਾ ਜੇਕਰ 2 ਇਨਵੈਸਟਰ ਇਸ ਕੰਪਨੀ ਦੇ ਵਿੱਚ ਲੈ ਕੇ ਆਉਂਦਾ ਤਾਂ ਉਸ ਤੋਂ ਬਾਅਦ ਉਹਨਾਂ 2 ਇਨਵੈਸਟਰਾਂ ਨੂੰ ਕਿਹਾ ਜਾਂਦਾ ਕਿ ਉਹ 4 ਇਨਵੈਸਟਰ ਲੈ ਕੇ ਆਉਣਾ। ਤਾਂ ਇਸ ਤਰੀਕੇ ਦੇ ਨਾਲ ਇੱਕ ਪਿਰਾਮਿਡ ਸਕੀਮ ਦੇ ਅਨੁਸਾਰ ਇਹ ਕੰਪਨੀ ਆਪਦਾ ਕਾਰੋਬਾਰ ਕਰਨ ਲੱਗ ਜਾਂਦੀ ਹੈ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਰੀਜਨ ਦੇ ਵਿੱਚ। ਜਿਹੜੇ ਇਹ ਪਰਲ ਕੰਪਨੀ ਦੇ ਏਜੰਟ ਸੀ ਕਿਉਂਕਿ ਉਹਨਾਂ ਨੂੰ 20% ਤੱਕ ਦਾ ਕਮਿਸ਼ਨ ਮਿਲਦਾ ਸੀ ਇਸ ਕੰਪਨੀ ਦੇ ਵਿੱਚ ਲੋਕਾਂ ਦਾ ਪੈਸਾ ਲਵਾਉਣ ਦੇ ਲਈ, ਤਾਂ ਕਰਕੇ ਦਿਨੋਂ ਦਿਨ ਬਹੁਤ ਸਾਰੇ ਏਜੰਟ ਇਸ ਕੰਪਨੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਆ। ਉਹ ਹਰ ਰੋਜ਼ ਆਪਦੇ ਨਵੇਂ ਤੋਂ ਨਵੇਂ ਯਾਰ ਦੋਸਤ ਤੇ ਰਿਸ਼ਤੇਦਾਰ ਲੈ ਕੇ ਆਉਂਦੇ ਆ ਜਿਹੜੇ ਕਿ ਇਸ ਕੰਪਨੀ ਦੇ ਵਿੱਚ ਪੈਸਾ ਲਾਉਣਾ ਸ਼ੁਰੂ ਕਰਦੇ ਨੇ। ਤੇ ਜਿਹੜੇ ਇਹ ਭੋਲੇ ਭਾਲੇ ਏਜੰਟ ਸੀ ਇਹਨਾਂ ਨੂੰ ਵੀ ਇਸ ਕੰਪਨੀ ਦੀ ਨੀਤ ਦੇ ਬਾਰੇ ਨਹੀਂ ਪਤਾ ਸੀ। ਇਹਨਾਂ ਨੂੰ ਵੀ ਇਹ ਕੰਪਨੀ ਝੂਠ ਬੋਲਦੀ ਸੀ ਕਿ ਇਹ ਇੱਕ ਬਹੁਤ ਵਧੀਆ ਕੰਪਨੀ ਆ ਜਿਹੜੀ ਕਿ ਇੱਕ ਇਨਵੈਸਟਮੈਂਟ ਕੰਪਨੀ ਆ ਤੇ ਲੋਕਾਂ ਦੇ ਪੈਸੇ ਨੂੰ ਇਨਵੈਸਟ ਕਰਦੀ ਆ ਲੈਂਡ ਦੇ ਵਿੱਚ ਜਾਂ ਕਿਸੇ ਵੀ ਹੋਰ ਤਰੀਕੇ ਦੀ ਪ੍ਰਾਪਰਟੀ ਦੇ ਵਿੱਚ। ਤੇ ਜਿਹੜੀ ਇਹ ਪਰਲ ਕੰਪਨੀ ਸੀਗੀ ਇਹ ਜਿਹੜੇ ਵੀ ਏਜੰਟ ਇਹਦੇ ਲਈ ਕੰਮ ਕਰਦੇ ਸੀ ਉਹਨਾਂ ਨੂੰ ਹੀ ਕੰਪਨੀ ਦਾ ਚਿਹਰਾ ਬਣਾ ਕੇ ਪੇਸ਼ ਕਰਦੀ ਸੀ। ਯਾਨੀ ਕਿ ਉਹਨਾਂ ਹੀ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਆਪਦੇ ਯਾਰਾਂ ਦੋਸਤਾਂ ਨੂੰ ਇਹ ਗੱਲ ਦਾ ਭਰੋਸਾ ਦਿਓ ਕਿ ਇਹ ਇੱਕ ਬਹੁਤ ਵਧੀਆ ਕੰਪਨੀ ਆ ਜਿਹਦੇ ਵਿੱਚੋਂ ਹਾਈ ਰਿਟਰਨ ਆਉਂਦੇ ਆ। ਤੇ ਭੋਲੇ ਭਾਲੇ ਲੋਕ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ PSEL ਕੰਪਨੀ ਨੂੰ ਨਹੀਂ ਜਾਣਦੇ, ਉਹ ਤਾਂ ਇਸ ਏਜੰਟ ਨੂੰ ਜਾਣਦੇ ਆ ਜਿਹੜਾ ਕਿ ਉਹਦੇ ਹੀ ਪਿੰਡ ਦਾ, ਉਹਦਾ ਹੀ ਗਵਾਂਢੀ ਆ ਜਾਂ ਉਹਦਾ ਹੀ ਰਿਸ਼ਤੇਦਾਰ ਆ। ਇਸੇ ਹੀ ਗੱਲ ਦੇ ਕਰਕੇ ਉਹ ਆਪਦੀ ਸਾਰੀ ਦੀ ਸਾਰੀ ਸੇਵਿੰਗ ਚੱਕ ਕੇ ਇਸ ਕੰਪਨੀ ਦੇ ਵਿੱਚ ਲਾ ਦਿੰਦੇ ਸੀ। ਪਰ ਇਹਨਾਂ ਨਾ ਤਾਂ ਏਜੰਟਸ ਨੂੰ ਪਤਾ ਸੀ ਇਸ ਕੰਪਨੀ ਦੀ ਨੀਤ ਦੇ ਬਾਰੇ ਤੇ ਨਾ ਹੀ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਪਤਾ ਸੀ ਇਸ ਕੰਪਨੀ ਦੇ ਬਾਰੇ। ਪਰ ਇਹ ਜਿਹੜੀ PSEL ਕੰਪਨੀ ਸੀ ਇਹ ਤਾਂ ਇੱਕ ਪੌਂਜੀ ਸਕੀਮ ਦੇ ਅਕੋਰਡਿੰਗ ਕੰਮ ਕਰ ਰਹੀ ਸੀ। ਪੌਂਜੀ ਸਕੀਮ ਕੀ ਹੁੰਦੀ ਹੈ ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਇਸ ਸਕੀਮ ਦੇ ਅੰਡਰ ਜਿੰਨੇ ਵੀ ਪੁਰਾਣੇ ਇਨਵੈਸਟਰ ਇੱਕ ਕੰਪਨੀ ਦੇ ਵਿੱਚ ਹੁੰਦੇ ਆ ਨਾ ਤਾਂ ਉਹਨਾਂ ਨੂੰ ਪੈਸੇ ਵਾਪਸ ਕਰਨ ਦੇ ਲਈ ਨਵੇਂ ਇਨਵੈਸਟਰਾਂ ਤੋਂ ਪੈਸੇ ਲੈ ਕੇ ਦਿੱਤੇ ਜਾਂਦੇ ਆ। ਤੇ ਇਹ ਜਿਹੜਾ ਸਰਕਲ ਆ ਉਹ ਇਸੇ ਹੀ ਤਰੀਕੇ ਚੱਲਦਾ ਰਹਿੰਦਾ। ਤੇ ਇਹ ਪੌਂਜੀ ਸਕੀਮ ਇੱਕ ਫਰਾਡ ਸਕੀਮ ਹੁੰਦੀ ਆ ਪਰ ਲੋਕਾਂ ਨੂੰ ਇਸ ਨਾ ਤਾਂ ਪੌਂਜੀ ਸਕੀਮ ਦੇ ਬਾਰੇ ਪਤਾ ਸੀ ਤੇ ਨਾ ਹੀ ਇਸ ਪਰਲ ਕੰਪਨੀ ਦੇ ਫਰਾਡ ਦੇ ਬਾਰੇ। ਤੇ ਇਸ ਤਰੀਕੇ ਦੇ ਨਾਲ ਇਸ ਫਰਾਡ ਨੂੰ ਚੱਲਦੇ ਕਈ ਸਾਲ ਹੋ ਗਏ ਸੀ ਤੇ ਜਦੋਂ ਹੀ ਕੋਈ ਵੀ ਇਨਵੈਸਟਰ ਇਸ ਕੰਪਨੀ ਦੇ ਵਿੱਚ ਪੈਸਾ ਲਾਉਂਦਾ ਸੀ ਤਾਂ ਇਸ ਤਰੀਕੇ ਦੀ ਇੱਕ ਸਲਿੱਪ ਇਹ ਕੰਪਨੀ ਉਹਨਾਂ ਲੋਕਾਂ ਨੂੰ ਦਿੰਦੀ ਸੀ ਤੇ ਇਹ ਸਲਿੱਪ ਇੱਕ ਰੱਦੀ ਤੋਂ ਜ਼ਿਆਦਾ ਕੁਝ ਵੀ ਨਹੀਂ ਹੁੰਦੀ। ਪਰ ਇਹ ਕੰਪਨੀ ਇਹਨਾਂ ਲੋਕਾਂ ਨੂੰ ਇਹ ਗੱਲ ਕਹਿੰਦੀ ਆ ਕਿ ਜੇਕਰ ਇਹ ਇਨਵੈਸਟਰ ਇਸ ਕੰਪਨੀ ਦੇ ਵਿੱਚ ਪੈਸਾ ਲਾਉਂਦੇ ਆ ਤਾਂ ਆਹ ਸਲਿੱਪ ਲਿਆ ਕੇ ਇਸ ਕੰਪਨੀ ਨੂੰ ਦਿਖਾ ਦੇਣਗੇ ਤੇ ਉਦੋਂ ਬਾਅਦ ਇਹ ਕੰਪਨੀ ਉਹਨਾਂ ਨੂੰ ਉਹਨਾਂ ਦੇ ਪੈਸੇ ਉਹਨਾਂ ਦੇ ਵਿਆਜ ਸਮੇਤ ਦੇ ਦੂਗੀ ਜਾਂ ਫਿਰ ਉਹਨਾਂ ਦੇ ਪੈਸੇ ਦੇ ਨਾਲ ਜਿਹੜੀ ਜ਼ਮੀਨ ਖਰੀਦੀ ਗਈ ਹੈ ਨਾ ਉਸ ਜ਼ਮੀਨ ਦੇ ਵਿੱਚੋਂ ਹਿੱਸਾ ਦੇ ਦੂਗੀ। ਤੇ ਜਿਹੜੇ ਇਹ ਲੋਕ ਇਸ ਕੰਪਨੀ ਦੇ ਵਿੱਚ ਪੈਸਾ ਲਾਉਂਦੇ ਸੀ ਨਾ ਉਹਨਾਂ ਨੇ ਕਦੇ ਵੀ ਇਸ ਗੱਲ ਦੇ ਬਾਰੇ ਨਹੀਂ ਪੁੱਛਿਆ ਕਿ ਇਹਨਾਂ ਦੇ ਪੈਸੇ ਦੇ ਨਾਲ ਕਿੱਥੇ ਜ਼ਮੀਨ ਖਰੀਦੀ ਗਈ ਆ, ਕਿਉਂਕਿ ਜਿੰਨੇ ਵੀ ਲੋਕਾਂ ਨੇ ਪੈਸਾ ਲਾਇਆ ਸੀ ਜਾਂ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਹਾਈ ਰਿਟਰਨ ਆਉਣਗੇ ਜਾਂ ਉਹਨਾਂ ਦੇ ਪੈਸੇ ਡਬਲ ਹੋਣਗੇ। ਤਾਂ ਕਰਕੇ ਲੋਕਾਂ ਨੇ ਕਦੇ ਇਹ ਗੱਲ ਦਾ ਸਵਾਲ ਹੀ ਨਹੀਂ ਕੀਤਾ ਕਿ ਇਹ ਕੰਪਨੀ ਕਿਹੜੀ ਜਗ੍ਹਾ ਦੇ ਉੱਪਰ ਉਹਨਾਂ ਦੇ ਪੈਸਿਆਂ ਦੇ ਨਾਲ ਜ਼ਮੀਨ ਖਰੀਦਦੀ ਆ। ਆਪਾਂ ਦੇਖਿਆ ਕਿ 10,000 ਕਿੱਲਾ ਇਸ ਕੰਪਨੀ ਨੇ ਜ਼ਮੀਨ ਖਰੀਦੀ ਸੀ ਰਾਜਸਥਾਨ ਦੇ ਵਿੱਚ ਪਾਕਿਸਤਾਨ ਬਾਰਡਰ ਦੇ ਨਾਲ, ਜਿਹੜੀ ਕਿ ਇੱਕ ਬੰਜਰ ਜ਼ਮੀਨ ਸੀਗੀ ਤੇ ਉਹਦੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ। ਤੇ ਇਹਨਾਂ ਇਨਵੈਸਟਰਾਂ ਨੇ ਜਦੋਂ ਇਸ ਕੰਪਨੀ ਤੋਂ ਕਦੇ ਵੀ ਉਸ ਲੈਂਡ ਦੇ ਬਾਰੇ ਨਹੀਂ ਪੁੱਛਿਆ ਜਿਹੜੀ ਇਹਨਾਂ ਇਨਵੈਸਟਰਾਂ ਦੇ ਪੈਸੇ ਦੇ ਨਾਲ ਖਰੀਦੀ ਗਈ ਸੀ। ਤਾਂ ਕਰਕੇ ਇਹ ਕੰਪਨੀ ਆਸਾਨੀ ਦੇ ਨਾਲ ਫਰਾਡ ਕਰਦੀ ਰਹਿੰਦੀ ਆ ਤੇ ਕਈ ਸਾਲ ਤੱਕ ਇਹ ਫਰਾਡ ਚੱਲਣ ਤੋਂ ਬਾਅਦ ਸੇਬੀ ਦੀ ਨਿਗਾਹ ਪੈਂਦੀ ਆ ਇਸ ਕੰਪਨੀ ਦੇ ਉੱਪਰ। ਸੇਬੀ ਨੂੰ ਪਤਾ ਲੱਗਦਾ ਕਿ ਇਹ ਕੰਪਨੀ ਦਾ ਬਹੁਤ ਵੱਡਾ
ਫਰਾਡ ਕਰ ਰਹੀ ਆ, ਇਹ ਲੋਕਾਂ ਨੂੰ ਕਿਵੇਂ ਇਹ ਵਾਅਦਾ ਕਰ ਸਕਦੀ ਆ ਕਿ ਉਹ ਉਹਨਾਂ ਨੂੰ ਹਾਈ ਰਿਟਰਨ ਦੇਣਗੇ, 12% ਤੋਂ ਉੱਤੇ ਦਾ ਰਿਟਰਨ ਦੇਣਗੇ। ਕਦੇ ਵੀ ਕਿਸੇ ਵੀ ਇਨਵੈਸਟਮੈਂਟ ਦੇ ਵਿੱਚ ਹਾਈ ਰਿਟਰਨ ਦਾ ਤਾਂ ਵਾਅਦਾ ਹੀ ਨਹੀਂ ਕੀਤਾ ਜਾ ਸਕਦਾਗਾ। ਤਾਂ ਕਰਕੇ ਸੇਬੀ ਇਹਨਾਂ ਨੂੰ ਰਾਜਸਥਾਨ ਹਾਈ ਕੋਰਟ ਦੇ ਵਿੱਚ ਲੈ ਕੇ ਜਾਂਦੀ ਆ, ਜਿੱਥੇ ਜਾ ਕੇ ਪਰਲ ਕੰਪਨੀ ਆਪਦੇ ਵਧੀਆ ਵਕੀਲਾਂ ਦੇ ਨਾਲ ਇਹ ਦਲੀਲ ਦਿੰਦੀ ਆ ਕਿ ਸੇਬੀ ਦੇ ਅੰਡਰ ਤਾਂ ਉਹਨਾਂ ਦੀ ਇਹ ਕੰਪਨੀ ਆਉਂਦੀ ਨਹੀਂ। ਪਰਲ ਕੰਪਨੀ ਤਾਂ ਇੱਕ ਰੀਅਲ ਸਟੇਟ ਕੰਪਨੀ ਆ, ਜਿਹਦੇ ਕਰਕੇ ਉਹ ਸੇਬੀ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੀ। ਤੇ ਜਿਹੜਾ ਰਾਜਸਥਾਨ ਹਾਈ ਕੋਰਟ ਹੁੰਦਾ ਉਹ ਵੀ ਇਹ ਪਰਲ ਕੰਪਨੀ ਦੀ ਦਲੀਲ ਨੂੰ ਮੰਨ ਲੈਂਦਾ। ਜਦੋਂ ਹੀ ਇਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲਦੀ ਹੈ ਤਾਂ ਹਾਈ ਕੋਰਟ ਦੇ ਫੈਸਲੇ ਨੂੰ ਹੀ ਇਹ ਕੰਪਨੀ ਇੱਕ ਐਡਵਰਟਾਈਜ਼ਮੈਂਟ ਦੇ ਤਰੀਕੇ ਦੇ ਨਾਲ ਮੰਨਦੀ ਆ। ਇਹ ਲੋਕਾਂ ਨੂੰ ਜਾ ਕੇ ਕਹਿੰਦੀ ਆ ਕਿ ਦੇਖਿਆ, ਹਾਈ ਕੋਰਟ ਨੇ ਵੀ ਉਹਨਾਂ ਨੂੰ ਕਿਹਾ ਕਿ ਇਹ ਇੱਕ ਸੱਚੀ ਸੁੱਚੀ ਕੰਪਨੀ ਆ, ਇਹਦੇ ਵਿੱਚ ਤੁਸੀਂ ਪੈਸਾ ਲਾ ਸਕਦੇ ਆ। ਪਰ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹ ਕੰਪਨੀ ਸੇਬੀ ਦੇ ਅੰਡਰ ਨਹੀਂ ਆਉਂਦੀ, ਜਦ ਕਿ ਅੱਗੇ ਜਾ ਕੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਫੈਸਲੇ ਨੂੰ ਸੁਪਰੀਮ ਕੋਰਟ ਟਰਨ ਕਰਦੀ ਆ, ਕਿਸ ਤਰੀਕੇ ਦੇ ਨਾਲ ਇਹ ਕੰਪਨੀ ਇਸ ਸੇਬੀ ਦੇ ਅੰਡਰ ਆਉਂਦੀ ਸੀਗੀ। ਪਰ ਉਨੇ ਸਮੇਂ ਤੱਕ ਜਦੋਂ ਹੀ ਇਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲਦੀ ਆ ਤਾਂ ਇਹ ਇਨਵੈਸਟਰਾਂ ਤੋਂ ਹੋਰ ਜ਼ਿਆਦਾ ਪੈਸਾ ਲਵਾਉਣਾ ਸ਼ੁਰੂ ਕਰ ਦਿੰਦੇ ਆ ਇਸ ਕੰਪਨੀ ਦੇ ਵਿੱਚ, ਕਿਉਂਕਿ ਹੁਣ ਸੇਬੀ ਇਸ ਕੰਪਨੀ ਦੇ ਮਗਰ ਪੈ ਗਈ ਸੀ, ਜਿਹਦੇ ਕਰਕੇ ਨਿਰਮਲ ਸਿੰਘ ਭੰਗੂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕਰਤਾ ਫਰਾਡ ਰਿਹਾ ਲੋਕਾਂ ਦੇ ਨਾਲ ਤੇ ਜਲਦੀ ਹੀ ਇਸ ਬੰਦੇ ਦਾ ਫਰਾਡ ਲੋਕਾਂ ਦੇ ਸਾਹਮਣੇ ਆਜੂ। ਤਾਂ ਕਰਕੇ ਉਹਨੂੰ ਪਤਾ ਸੀ ਕਿ ਜੇਕਰ ਉਹਨੇ ਇਸ ਸਜ਼ਾ ਤੋਂ ਬਚਣਾ ਤਾਂ ਉਹਦੇ ਲੀਡਰਾਂ ਦੇ ਨਾਲ ਤੇ ਇਹਦੇ ਤੋਂ ਇਲਾਵਾ ਮੀਡੀਆ ਦੇ ਨਾਲ ਚੰਗੇ ਸੰਬੰਧ ਹੋਣੇ ਚਾਹੀਦੇ ਆ, ਜਿਹਦੇ ਕਰਕੇ ਉਹ ਪੰਜਾਬ ਦੇ ਵਿੱਚ ਰਾਜ ਕਰ ਰਹੀ ਪੋਲੀਟੀਕਲ ਪਾਰਟੀ ਦੇ ਨਾਲ ਨੇੜਤਾ ਵਧਾਉਣ ਦੇ ਲਈ ਇੱਕ ਕਬੱਡੀ ਵਰਲਡ ਕੱਪ ਨੂੰ ਵੀ ਸਪਾਂਸਰ ਕਰਦਾ। ਇਹਦੇ ਤੋਂ ਇਲਾਵਾ ਉਹ ਆਪਦਾ ਇੱਕ ਟੀਵੀ ਚੈਨਲ ਵੀ ਖੋਲਦਾ ਜਿਹਦੇ ਉੱਪਰ ਕਿ ਇਸ ਪਰਲ ਕੰਪਨੀ ਦੀਆਂ ਸਕੀਮਾਂ ਦੇ ਬਾਰੇ ਹੀ ਦੱਸਿਆ ਜਾਂਦਾ ਸੀ। ਤੇ ਇਹ ਕੰਪਨੀ ਆਪਦੀ ਮਸ਼ਹੂਰੀ ਕਰਨ ਦੇ ਲਈ IPL ਦੇ ਵਿੱਚ ਕਿੰਗਸ 11 ਪੰਜਾਬ ਦੀ ਟੀਮ ਨੂੰ ਵੀ ਸਪਾਂਸਰ ਕਰਦੀ ਆ। ਇਹਦੇ ਤੋਂ ਇਲਾਵਾ ਨਿਰਮਲ ਸਿੰਘ ਭੰਗੂ ਦੇ ਜਿਹੜੇ ਵੀ ਬਿਜ਼ਨਸ ਆਸਟ੍ਰੇਲੀਆ ਦੇਸ਼ ਦੇ ਵਿੱਚ ਚੱਲਦੇ ਸੀ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਕ੍ਰਿਕਟ ਖਿਡਾਰੀ ਬ੍ਰੈਟਲੀ ਨੂੰ ਆਪਦਾ ਬ੍ਰਾਂਡ ਐਂਬੈਸਡਰ ਬਣਾਉਂਦਾ, ਜਿਹਦੇ ਕਰਕੇ ਉਹ ਆਸਟ੍ਰੇਲੀਆ ਦੇ ਵਿੱਚ ਵੀ ਆਪਦੀ ਮਸ਼ਹੂਰੀ ਕਰਦਾ ਕਿ ਇਹ ਬਹੁਤ ਵਧੀਆ ਕੰਪਨੀ ਆ। ਤੇ ਇਸ ਤਰੀਕੇ ਦੇ ਨਾਲ ਇਸ ਬੰਦੇ ਦਾ ਬਿਜ਼ਨਸ ਕਈ ਗੁਣਾ ਵੱਧ ਜਾਂਦਾ, ਕਿਉਂਕਿ ਇਸ ਬੰਦੇ ਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਜੇਕਰ ਇਹਨੇ ਅੱਗੇ ਜਾ ਕੇ ਬਚਣਾ ਤਾਂ ਇਹਨੂੰ ਲੀਡਰਾਂ ਦੀ ਜ਼ਿਆਦਾ ਸਪੋਰਟ ਦੀ ਜ਼ਰੂਰਤ ਆ। ਤਾਂ ਕਰਕੇ ਇਹ ਪੰਜਾਬ ਦੀਆਂ ਦੋਨੇ ਉਹ ਰਵਾਇਤੀ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਕਰਨੀ ਸ਼ੁਰੂ ਕਰ ਦਿੰਦਾ ਕਿ ਜੇਕਰ ਇੱਕ ਪਾਵਰ ਦੇ ਵਿੱਚ ਨਾ ਰਹੀ ਤਾਂ ਦੂਜੀ ਜੇਕਰ ਪੋਲੀਟੀਕਲ ਪਾਰਟੀ ਪਾਵਰ ਦੇ ਵਿੱਚ ਆਈ ਤਾਂ ਉਹ ਵੀ ਇਹਦਾ ਬਚਾਅ ਕਰੇ। ਤੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹ ਤੋਂ ਲਾ ਸਕਦੇ ਆ ਕਿ ਜਦੋਂ ਪੰਜਾਬ ਦੀ ਅਕਾਲੀ ਪਾਰਟੀ ਆਪਦੀ ਬਠਿੰਡੇ ਦੇ ਵਿੱਚ ਬਹੁਤ ਵੱਡੀ ਰੈਲੀ ਕਰਦੀ ਆ ਨਾ, ਤਾਂ ਉਹ ਪਰਲ ਕੰਪਨੀ ਦੀ ਕਲੋਨੀ ਦੇ ਵਿੱਚ ਇਹ ਰੈਲੀ ਨੂੰ ਆਰਗੇਨਾਈਜ਼ ਕਰਦੇ ਆ, ਜਦ ਕਿ ਉਸ ਸਮੇਂ ਤੱਕ ਇਸ ਕੰਪਨੀ ਦੇ ਇਹਨਾਂ ਸਾਰੇ ਘਪਲਿਆਂ ਦੇ ਬਾਰੇ ਗੱਲ ਲੋਕਾਂ ਦੇ ਵਿੱਚ ਆ ਚੁੱਕੀ ਸੀ। ਪਰ ਫਿਰ ਵੀ ਉਸ ਜਗ੍ਹਾ ਦੇ ਉੱਪਰ ਰੈਲੀ ਕੀਤੀ ਜਾਂਦੀ ਆ ਤੇ ਉਸ ਪੋਲੀਟੀਕਲ ਪਾਰਟੀ ਨੂੰ ਨੀਵਾ ਦਿਖਾਉਣ ਦੇ ਲਈ ਜਦੋਂ ਕਾਂਗਰਸ ਦੀ ਰੈਲੀ ਉਸ ਬਠਿੰਡੇ ਸ਼ਹਿਰ ਦੇ ਵਿੱਚ ਹੁੰਦੀ ਆ ਤਾਂ ਕਾਂਗਰਸ ਵੀ ਆਪਦੀ ਰੈਲੀ ਉਸੇ ਹੀ ਪਰਲ ਕੰਪਨੀ ਦੀ ਕਲੋਨੀ ਦੇ ਵਿੱਚ ਕਰਦੀ ਆ। ਯਾਨੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਇਸ ਬੰਦੇ ਦਾ ਪੰਜਾਬ ਦੀਆਂ ਦੋਨੇ ਪੋਲੀਟੀਕਲ ਪਾਰਟੀਆਂ ਦੇ ਨਾਲ ਕਿੰਨਾ ਗੂੜਾ ਕਨੈਕਸ਼ਨ ਸੀ ਤੇ ਤਾਂ ਹੀ ਇਹ ਦੋਨੇ ਪਾਰਟੀਆਂ ਇਸ ਬੰਦੇ ਨੂੰ ਲਗਾਤਾਰ ਬਚਾਉਣ ਦੇ ਉੱਪਰ ਲੱਗੀਆਂ ਹੋਈਆਂ ਸੀ। ਸੁਖਬੀਰ ਸਿੰਘ ਬਾਦਲ ਨੇ ਬਠਿੰਡੇ 'ਚ ਇੱਕ ਬਹੁਤ ਵੱਡੀ ਰੈਲੀ ਕੀਤੀ, ਜਿੱਥੇ ਇਹਨੇ ਰੈਲੀ ਕੀਤੀ ਐਨ ਉਸੇ ਥਾਂ ਦੇ ਉੱਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਤੋਂ ਵੱਡੀ ਕੀਤੀ ਕਿ ਜਿਸ ਥਾਂ ਤੇ ਰੈਲੀ ਕੀਤੀ ਗਈ ਦੋਵਾਂ ਪਾਰਟੀਆਂ ਦੀ ਰੈਲੀ ਉਸ ਥਾਂ ਤੇ ਸੀ ਜਿਹਨੂੰ ਲੋਕੀ ਕਹਿੰਦੇ ਆ ਕਿ ਪਰਲ ਗ੍ਰੀਨ ਵਾਲਿਆਂ ਦੀ ਸੀ। ਤੇ ਇਹਦੇ ਤੋਂ ਇਲਾਵਾ ਕਈ ਅਜਿਹੇ ਵੀ ਫੈਕਟ ਨਿਕਲ ਕੇ ਆਉਂਦੇ ਆ ਕਿ ਕਈ ਇੰਡੀਆ ਲੈਵਲ ਤੱਕ ਦੀਆਂ ਪੋਲੀਟੀਕਲ ਪਾਰਟੀਆਂ ਅਜਿਹੀਆਂ ਸੀ ਜਿਨ੍ਹਾਂ ਨੂੰ ਇਹ ਬੰਦਾ ਪਾਰਟੀ ਫੰਡ ਦਿੰਦਾ ਸੀ ਤਾਂ ਕਿ ਇਹ ਬੰਦਾ ਸੇਫਲੀ ਆਪਦਾ ਇਹ ਫਰਾਡ ਕੰਟੀਨਿਊ ਕਰ ਸਕੇ। ਪਰ ਜਦੋਂ ਹੀ ਸੇਬੀ ਨੂੰ ਹਾਈ ਕੋਰਟ ਦੇ ਵਿੱਚੋਂ ਫਟਕਾਰ ਮਿਲਦੀ ਆ, ਹਾਈ ਕੋਰਟ ਦੇ ਵਿੱਚੋਂ ਉਹਨਾਂ ਦੀ ਹਾਰ ਹੁੰਦੀ ਆ, ਪਰ ਫਿਰ ਵੀ ਸੇਬੀ ਇਸ ਬੰਦੇ ਦਾ ਪਿੱਛਾ ਨਹੀਂ ਛੱਡਦੀ। ਉਹ ਲਗਾਤਾਰ ਆਪਦੀ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਆ ਤੇ ਇਸੇ ਹੀ ਗੱਲ ਦੇ ਕਰਕੇ ਉਹ ਇਸ ਕੇਸ ਨੂੰ ਹਾਈ ਕੋਰਟ ਤੋਂ ਹੁਣ ਸੁਪਰੀਮ ਕੋਰਟ ਤੱਕ ਲੈ ਕੇ ਜਾਂਦੇ ਆ। ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹ ਜਦੋਂ ਆਪਦਾ ਕੇਸ ਪੇਸ਼ ਕਰਦੇ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਸਾਬਤ ਹੋ ਜਾਂਦਾ ਕਿ ਇਹ ਜਿਹੜੀ ਕੰਪਨੀ ਆ ਇਹ ਸੇਬੀ ਦੇ ਅੰਡਰ ਆਉਂਦੀ ਆ। ਇਹ ਕੰਪਨੀ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਦੇ ਅੰਡਰ ਕੰਮ ਕਰ ਰਹੀ ਸੀ, ਜਿਹਦੇ ਕਾਰਨ ਸੇਬੀ ਇਸ ਕੰਪਨੀ ਨੂੰ ਕੰਟਰੋਲ ਕਰਦਾ ਸੀ। ਤਾਂ ਕਰਕੇ ਹੁਣ ਇਸ ਕੰਪਨੀ ਨੂੰ ਸੇਬੀ ਦੇ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਣਾ ਤੇ ਸੁਪਰੀਮ ਕੋਰਟ ਦੇ ਵਿੱਚ ਸੇਬੀ ਦੇ ਸਾਰੇ ਚਾਰਜ ਪ੍ਰੂਵ ਹੋ ਜਾਂਦੇ ਆ, ਜਿਹਦੇ ਕਾਰਨ ਇਹ ਨਿਕਲ ਕੇ ਆਉਂਦਾ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਇਹ ਕੰਪਨੀ ਨੇ ਇਨਵੈਸਟਰਾਂ ਤੋਂ 50,000 ਕਰੋੜ ਰੁਪਏ ਦੀ ਠੱਗੀ ਮਾਰੀ ਆ। ਤੇ ਫਿਰ ਸੁਪਰੀਮ ਕੋਰਟ ਸੇਬੀ ਨੂੰ ਇਹ ਹੁਕਮ ਦਿੰਦੀ ਆ ਕਿ ਜਿੰਨੀ ਵੀ ਇਸ ਕੰਪਨੀ ਦੇ ਅੰਡਰ ਪ੍ਰਾਪਰਟੀ ਆਉਂਦੀ ਆ, ਜਿੰਨੇ ਵੀ ਉਹਦੇ ਐਸਟ ਆ, ਉਹਨਾਂ ਸਾਰਿਆਂ ਨੂੰ ਸੇਲ ਕਰਕੇ ਜਿੰਨੇ ਵੀ ਇਹ ਇਨਵੈਸਟਰ ਆ ਉਹਨਾਂ ਸਾਰਿਆਂ ਦਾ ਪੈਸਾ ਵਾਪਸ ਕੀਤਾ ਜਾਵੇ। ਨਿਰਮਲ ਸਿੰਘ ਭੰਗੂ ਤੇ ਪਰਲ ਕੰਪਨੀਆਂ ਦੀਆਂ ਮੁਸੀਬਤਾਂ ਇੱਥੇ ਨਹੀਂ ਰੁਕਦੀਆਂ, ਇਹ ਲਗਾਤਾਰ ਵਧਣ ਲੱਗ ਜਾਂਦੀਆਂ ਕਿਉਂਕਿ ਹੁਣ CBI ਵੀ ਇਸ ਕੰਪਨੀ ਦੇ ਪਿੱਛੇ ਪੈ ਗਈ ਸੀ, ਖਾਸ ਕਰਕੇ ਨਿਰਮਲ ਸਿੰਘ ਭੰਗੂ ਦੇ। ਹੁਣ CBI ਭੰਗੂ ਤੇ ਉਹਦੇ ਸਾਥੀਆਂ
ਬੰਦੇ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਆ। ਇਸ ਬੰਦੇ ਦੇ ਉੱਪਰ ਕ੍ਰਿਮੀਨਲ ਚਾਰजेस ਵੀ ਲਾਏ ਜਾਂਦੇ ਆ ਤੇ ਇਹਦੇ ਤੋਂ ਇਲਾਵਾ ਫਰਾਡ ਚਾਰजेस ਵੀ ਲਾਏ ਜਾਂਦੇ ਆ। ਤੇ ਜਦੋਂ ਹੀ CBI ਇਸ ਸਾਰੇ ਸਕੈਮ ਦੀ ਜਾਂਚ ਕਰ ਰਹੀ ਹੁੰਦੀ ਆ ਤਾਂ CBI ਨੂੰ ਪਤਾ ਲੱਗਦਾ ਕਿ ਇਸ ਕੰਪਨੀ ਦੇ ਕੋਲ ਤਕਰੀਬਨ 1,83,000 ਏਕੜ ਤਾਂ ਜ਼ਮੀਨ ਆ। ਇਹਦੇ ਤੋਂ ਇਲਾਵਾ 1300 ਬੈਂਕ ਅਕਾਊਂਟ ਆ ਜਿਨ੍ਹਾਂ ਦੇ ਵਿੱਚ ਤਕਰੀਬਨ 280 ਕਰੋੜ ਦੀ FD ਪਈ ਆ। 14,000 ਅਜਿਹੀਆਂ ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਆ। ਯਾਨੀ ਕਿ ਐਡਾ ਵੱਡਾ ਸਾਮਰਾਜ ਸੀ ਨਿਰਮਲ ਸਿੰਘ ਭੰਗੂ ਦਾ, ਜਿਨੇ ਕਿ ਸਾਲ 1996 ਤੱਕ ਇੱਕ ਸਾਈਕਲ ਦੇ ਉੱਪਰ ਦੁੱਧ ਵੇਚਿਆ ਸੀ। ਥੋੜੇ ਕੁ ਸਾਲਾਂ ਦੇ ਵਿੱਚ ਐਡਾ ਵੱਡਾ ਸਾਮਰਾਜ ਬਣ ਗਿਆ ਸੀ। ਤੇ ਇਹਦੇ ਤੋਂ ਇਲਾਵਾ CBI ਲਗਾਤਾਰ ਆਸਟ੍ਰੇਲੀਆ ਦੀ ਸਰਕਾਰ ਦੇ ਨਾਲ ਰਾਬਤਾ ਕਰਕੇ ਆਸਟ੍ਰੇਲੀਆ ਦੇ ਵਿੱਚ ਵੀ ਇਸ ਬੰਦੇ ਦੀ ਪ੍ਰਾਪਰਟੀਆਂ ਦੇ ਬਾਰੇ ਪਤਾ ਕਰਨਾ ਸ਼ੁਰੂ ਕਰਦੀ ਆ। ਤੇ ਇਸ ਸਾਰੀ ਜਾਂਚ ਦੇ ਵਿੱਚ CBI ਨੂੰ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਬੰਦਾ ਭੋਲੇ ਭਾਲੇ ਲੋਕਾਂ ਨੂੰ ਹਾਈ ਰਿਟਰਨ ਦਾ ਲਾਲਚ ਦੇ ਕੇ ਉਹਨਾਂ ਦੀ ਸਾਰੀ ਸੇਵਿੰਗ ਕਢਾਉਂਦਾ ਤੇ ਆਪਦੀ ਕੰਪਨੀ ਦੇ ਵਿੱਚ ਲਾ ਦਿੰਦਾ। ਤੇ ਜਿੱਥੋਂ ਕਿ ਇਹ ਉਹਨਾਂ ਨੂੰ ਜ਼ਮੀਨ ਖਰੀਦਣ ਦਾ ਵਾਅਦਾ ਕਰਕੇ ਕੋਈ ਵੀ ਜ਼ਮੀਨ ਨਹੀਂ ਖਰੀਦਦਾ। ਜੇਕਰ ਜ਼ਮੀਨ ਖਰੀਦਦਾ ਵੀ ਆ ਤਾਂ ਬਿਲਕੁਲ ਬੰਜਰ ਜ਼ਮੀਨ ਖਰੀਦਦਾ ਤੇ ਇਹ ਸਿਰਫ ਆਪਦਾ ਸਾਮਰਾਜ ਵੱਡਾ ਕਰਦਾ ਜਿਹਦੇ ਵਿੱਚ ਕਿ ਇਹ ਆਪਦੀ ਲਗਜ਼ਰੀ ਲਾਈਫ ਜਿਉ ਸਕੇ। ਤੇ ਜਦੋਂ ਹੀ ਇਹ ਸਾਰਾ ਸਕੈਮ ਜੱਗ ਜ਼ਾਹਰ ਹੁੰਦਾ ਤਾਂ ਲੋਕਾਂ ਦੇ ਪੈਸੇ ਵਾਪਸ ਕਰਾਉਣ ਦੇ ਲਈ ਇੱਕ ਕਮੇਟੀ ਬਣਾਈ ਜਾਂਦੀ ਆ ਜਿਹਨੂੰ ਕਿ ਅੱਜ ਦੇ ਦਿਨ ਆਪਾਂ RM ਲੋਧਾ ਕਮੇਟੀ ਦੇ ਨਾਂ ਨਾਲ ਜਾਣਦੇ ਆ। ਇਸ ਕਮੇਟੀ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਜਿੰਨੇ ਵੀ ਇਸ ਕੰਪਨੀ ਦੇ ਐਸਟ ਨੇ ਜਾਂ ਇਹਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਸੇਲ ਕਰਕੇ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਰਾਂ ਦਾ ਪੈਸਾ ਵਾਪਸ ਕੀਤਾ ਜਾ ਸਕੇ। ਪਰ ਤਕਰੀਬਨ 5.5 ਕਰੋੜ ਇਨਵੈਸਟਰਾਂ ਦਾ ਪੈਸਾ ਫਸਿਆ ਹੋਇਆ ਸੀ ਇਸ ਕੰਪਨੀ ਦੇ ਵਿੱਚ ਤੇ ਇਹ RM ਲੋਧਾ ਕਮੇਟੀ ਦੇ ਅੱਗੇ ਇੱਕ ਬਹੁਤ ਵੱਡਾ ਚੈਲੰਜ ਸੀ ਸਾਰੇ ਦੇ ਸਾਰੇ ਲੋਕਾਂ ਦਾ ਪੈਸਾ ਵਾਪਸ ਕਰਨਾ। ਤੇ ਉਸ ਤੋਂ ਬਾਅਦ ਇਹ ਕਮੇਟੀ ਆਪਦੇ ਸਾਰੇ ਡਾਕੂਮੈਂਟ ਇਕੱਠੇ ਕਰਨੇ ਸ਼ੁਰੂ ਕਰਦੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਇਨਵੈਸਟਰਾਂ ਦਾ ਪੈਸਾ ਵਾਪਸ ਕੀਤਾ ਜਾਵੇ। ਜਿੰਨੀਆਂ ਵੀ ਇਸ ਕੰਪਨੀ ਦੇ ਨਾਂ ਅੰਡਰ ਪ੍ਰਾਪਰਟੀ ਸੀ ਜਾਂ ਇਹਦੇ ਤੋਂ ਇਲਾਵਾ ਜਿੰਨੇ ਵੀ ਇਸ ਕੰਪਨੀ ਦੇ ਕੋਲ ਐਸਟ ਸੀ ਉਹਨਾਂ ਸਾਰਿਆਂ ਨੂੰ ਲਿਸਟਡ ਕੀਤਾ ਜਾਂਦਾ ਤੇ ਜਿੰਨੇ ਵੀ ਲੋਕਾਂ ਦਾ ਪੈਸਾ ਲੱਗਿਆ ਸੀ ਇਸ ਕੰਪਨੀ ਦੇ ਵਿੱਚ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਕੰਪਨੀ ਸਲਿੱਪ ਦਿੰਦੀ ਆ ਉਸ ਸਲਿੱਪ ਨੂੰ ਸਾਂਭ ਕੇ ਰੱਖਿਆ ਜਾਵੇ ਤਾਂ ਕਿ ਹਰ ਇੱਕ ਇਨਵੈਸਟਰ ਦਾ ਪੈਸਾ ਵਾਪਸ ਕੀਤਾ ਜਾ ਸਕੇ। ਤੇ ਉਸ ਤੋਂ ਬਾਅਦ ਲੋਕਾਂ ਨੂੰ ਲਗਾਤਾਰ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਆ ਤੇ ਸਾਲ 2020 ਦੇ ਆਉਣ ਤੱਕ ਤਕਰੀਬਨ 8,31,108 ਲੋਕਾਂ ਦੇ ਤਕਰੀਬਨ 204 ਕਰੋੜ ਰੁਪਏ ਵਾਪਸ ਕੀਤੇ ਜਾਂਦੇ ਆ। ਪਰ ਕਿਉਂਕਿ ਇਹ ਕੰਪਨੀ ਨੇ 5.5 ਕਰੋੜ ਲੋਕਾਂ ਦੇ ਨਾਲ ਠੱਗੀ ਮਾਰੀ ਸੀ ਤਾਂ ਕਰਕੇ ਜਿਹੜਾ ਇਹ 8 ਲੱਖ ਵਾਲਾ ਨੰਬਰ ਵੀ ਹੈ ਨਾ ਇਹ ਬਹੁਤ ਥੋੜਾ ਲੱਗਦਾ 5.5 ਕਰੋੜ ਲੋਕਾਂ ਦੇ ਅੱਗੇ। ਤੇ ਜਿਹੜੇ ਇਹ 204 ਕਰੋੜ ਰੁਪਏ ਰਿਕਵਰ ਕੀਤੇ ਗਏ ਆ ਇਹ 50,000 ਕਰੋੜ ਰੁਪਏ ਦੀ ਠੱਗੀ ਦੇ ਅੱਗੇ ਕੁਝ ਵੀ ਨਹੀਂ ਗਏ। ਤਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਪੈਸੇ ਵਾਪਸ ਨਹੀਂ ਹੋ ਰਹੇ ਜਿਹਦੇ ਕਰਕੇ ਉਹ ਲਗਾਤਾਰ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਹੁਣ ਤਾਜ਼ਾ ਰਿਪੋਰਟਸ ਦੇ ਅਨੁਸਾਰ ਸੇਬੀ ਨੇ ਇਸ ਕੰਪਨੀ ਤੋਂ ਤਕਰੀਬਨ 1400 ਕਰੋੜ ਰੁਪਏ ਦੇ ਐਸਟ ਜ਼ਬਤ ਕਰ ਲਏ ਆ। ਯਾਨੀ ਕਿ 19 ਲੱਖ ਲੋਕਾਂ ਦਾ ਸੇਬੀ ਨੇ ਪੈਸਾ ਮੋੜਿਆ ਸਾਲ 2023 ਦੇ ਸ਼ੁਰੂਆਤ ਦੇ ਵਿੱਚ। ਤੇ ਲਗਾਤਾਰ ਇਹ ਕੰਪਨੀ ਦੇ ਜਿੰਨੇ ਵੀ ਐਸਟ ਆ ਉਹਨਾਂ ਨੂੰ ਜ਼ਬਤ ਕੀਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਸਾਲ 2024 ਦੀ ਜਨਵਰੀ ਤੱਕ ਆਸਟ੍ਰੇਲੀਆ ਦੀ ਸਰਕਾਰ ਦੇ ਨਾਲ ਗੱਲ ਕਰਕੇ ਇਹ ਤਕਰੀਬਨ ਜਿੰਨੇ ਵੀ ਇਸ ਕੰਪਨੀ ਦੇ ਆਸਟ੍ਰੇਲੀਆ ਦੇ ਐਸਟ ਆ ਜਿਨ੍ਹਾਂ ਦੀ ਕਿ ਵਰਥ ਤਕਰੀਬਨ 230 ਮਿਲੀਅਨ ਡਾਲਰ ਦੇ ਕਰੀਬ ਮੰਨੀ ਜਾਂਦੀ ਆ ਉਹ ਸਾਰੇ ਦੇ ਸਾਰੇ ਸੇਲ ਕਰਕੇ ਇਹਨਾਂ ਇਨਵੈਸਟਰਾਂ ਦਾ ਪੈਸਾ ਵਾਪਸ ਕਰਨ ਦਾ ਵਾਅਦਾ ਕਰਦੀ ਆ ਸੇਬੀ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਇਸ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਸੀ ਉਹਦਾ ਕੀ ਬਣਿਆ ਤਾਂ ਸਾਲ 2016 ਦੇ ਵਿੱਚ ਨਿਰਮਲ ਸਿੰਘ ਭੰਗੂ ਨੂੰ CBI ਅਰੈਸਟ ਕਰ ਲੈਂਦੀ ਆ ਕਿਉਂਕਿ ਇਸ ਬੰਦੇ ਦੇ ਉੱਪਰ ਇੱਕ ਤਾਂ ਸੈਕਸ਼ਨਸ ਆਫ ਚੀਟਿੰਗ 420 ਦਾ ਚਾਰਜ ਸੀ ਤੇ ਕ੍ਰਿਮੀਨਲ ਕੌਨਸਪੀਰੇਸੀ 120B ਦੇ ਅੰਡਰ ਇਸ ਬੰਦੇ ਦੇ ਉੱਪਰ ਕੇਸ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਗਿਆ ਸੀ ਤੇ ਉਦੋਂ ਬਾਅਦ ਇਹ ਬੰਦੇ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ। ਪਰ ਕਿਉਂਕਿ ਇਹ ਬੰਦੇ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਬੰਦਾ ਫਰਾਡ ਕਰ ਰਿਹਾ ਤੇ ਇਹਨੇ ਆਪਦੀ ਲੀਡਰਾਂ ਦੇ ਨਾਲ ਪੋਲੀਟੀਕਲ ਪਾਰਟੀਆਂ ਦੇ ਨਾਲ ਵਧੀਆ ਬਣਾ ਕੇ ਰੱਖੀ ਸੀ ਤਾਂ ਕਰਕੇ ਇਹ ਬੰਦਾ ਪਿਛਲੇ 4 ਸਾਲਾਂ ਦੀ ਜੇਲ੍ਹ ਦੇ ਵਿੱਚੋਂ ਤਕਰੀਬਨ 1461 ਦਿਨਾਂ ਦੇ ਵਿੱਚੋਂ 800 ਤੋਂ ਵੀ ਜ਼ਿਆਦਾ ਦਿਨ ਮੁਹਾਲੀ ਦੇ ਇੱਕ IV ਹਸਪੀਟਲ ਦੇ ਵਿੱਚ ਐਡਮਿਟ ਰਿਹਾ ਜਿੱਥੇ ਕਿ ਇਹਨੂੰ ਇੱਕ 5 ਸਟਾਰ ਰੂਮ ਮਿਲਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਉਹਨੂੰ ਸੱਦ ਲਿਆ, ਫੜ ਲਿਆ, ਹਸਪਤਾਲ ਭੇਜਤਾ, ਹੋਟਲ ਭੇਜਤਾ, ਪਤਾ ਨਹੀਂ ਕੀ ਕੁਝ ਕਰਦੇ ਕੁਰਦੇ ਰਹੇ 5 ਸਾਲ ਲਗਾਤੇ ਕੱਖ ਨਹੀਂ ਹੋਇਆ। ਇੱਕ ਬਹੁਤ ਵਧੀਆ ਬੈੱਡ ਤੇ ਹਰ ਇੱਕ ਉਹ ਸਹੂਲਤ ਮਿਲੀ ਹੋਈ ਆ ਜਿਹੜੀ ਕਿ ਇੱਕ ਆਮ ਬੰਦੇ ਦੇ ਲਈ ਅਫੋਰਡ ਕਰਨੀ ਪੋਸੀਬਲ ਹੀ ਨਹੀਂ। ਪਰ ਹੁਣ ਕੀਤਾ ਵੀ ਕੀ ਜਾ ਸਕਦਾ ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆ ਉਹਨਾਂ ਦੇ ਨਾਲ ਇਸ ਬੰਦੇ ਦੀ ਇੰਨੀ ਕੁ ਜ਼ਿਆਦਾ ਬਣਦੀ ਆ ਕਿ ਉਹ ਲਗਾਤਾਰ ਇਹਨੂੰ ਬਚਾਉਣ ਦੇ ਲਈ ਲੱਗੀਆਂ ਹੋਈਆਂ। ਪਰ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਇਹ ਹਰ ਰੋਜ਼ ਇਹ ਦਾਅਵਾ ਕਰਦੀ ਆ ਕਿ ਜਿੰਨੇ ਵੀ ਇਨਵੈਸਟਰਾਂ ਦੇ ਇਸ
ਕੰਪਨੀ ਦੇ ਵਿੱਚ ਪੈਸੇ ਫਸੇ ਹੋਏ ਆ ਉਹਨਾਂ ਦਾ ਇੱਕ ਪੈਸਾ ਇਹ ਵਾਪਸ ਕਰਾ ਕੇ ਦੇਣਗੇ ਤੇ ਨਿਰਮਲ ਸਿੰਘ ਭੰਗੂ ਨੂੰ ਸਖਤ ਤੋਂ ਸਖਤ ਸਜ਼ਾ ਦੇਣਗੇ। ਭਗਵਾਨ ਮਾਨ ਤੇ ਯਕੀਨ ਰੱਖਿਓ, ਤੁਹਾਡੇ ਪੈਸੇ ਮੈਂ ਦੁੱਗਣੇ ਤਿੱਗਣੇ ਕਰਾਂਗਾ। ਮੇਰੇ ਪਰ ਹਜੇ ਤੱਕ ਪੰਜਾਬ ਦੇ ਜ਼ਿਆਦਾਤਰ ਲੋਕਾਂ ਦਾ ਇਸ ਕੰਪਨੀ ਤੋਂ ਪੈਸਾ ਵਾਪਸ ਨਹੀਂ ਹੋਇਆ। ਪਰ ਜੇਕਰ ਕਿਸੇ ਵੀ ਬੰਦੇ ਦਾ ਪੈਸਾ ਵਾਪਸ ਹੋਇਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਪੈਸੇ ਵਾਪਸ ਨਹੀਂ ਵੀ ਹੋਏ ਤਾਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਹਦੇ ਕਿੰਨੇ ਪੈਸੇ ਫਸੇ ਹੋਏ ਆ। ਤੇ ਇਹ ਤਾਂ ਵੀਡੀਓ ਸੀ ਪੰਜਾਬ ਦੀ ਇੱਕ ਅਜਿਹੀ ਕੰਪਨੀ ਦੇ ਬਾਰੇ ਜਿਹਨੇ ਕਿ ਇੰਡੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਵੈਸਟਮੈਂਟ ਫਰਾਡ ਕੀਤਾ, ਜਿਹਦੇ ਕਰਕੇ ਪੰਜਾਬ ਦੇ ਕਈ ਘਰ ਉੱਜੜ ਗਏ ਤੇ ਪੰਜਾਬੀਆਂ ਨੂੰ ਪ੍ਰਵਾਸ ਕਰਨ ਦੇ ਲਈ ਮਜਬੂਰ ਹੋਣਾ ਪਿਆ। ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਬਾਹਰ ਜਾਣ ਦੇ ਲਈ ਪੰਜਾਬੀ ਯੂਰਪ ਦਾ ਇੱਕ ਬਹੁਤ ਹੀ ਖਤਰਨਾਕ ਬਾਰਡਰ ਟੱਪ ਕੇ ਜਾਂਦੇ ਆ। ਤੇ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ।